ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੱਜ ਅਸੀਂ ਗੱਲਾਂ ਬਾਤਾਂ ਇਮੀਗ੍ਰੇਸ਼ਨ ਦੇ ਮੁਤਲਕ ਕਰਾਂਗੇ। ਕੁਝ ਇੱਕ ਨਵੀਆਂ ਜਾਣਕਾਰੀਆਂ ਤੇ ਕੁਝ ਇੱਕ ਤੁਹਾਡੇ ਸਵਾਲ ਨੇ ਜਿਨ੍ਹਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰਿਆ ਜਾਣਾ ਹੈ ਤਾਂ ਕਿ ਤੁਹਾਡੇ ਤੱਕ ਉਹ ਜਾਣਕਾਰੀ ਪੁਖਤਾ ਰੂਪ ਵਿੱਚ ਪੁੱਜਦੀ ਹੋ ਸਕੇ। ਤੇ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ ਅੱਜ ਸਾਡੇ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਪ੍ਰੋਗਰਾਮ ਵਿੱਚ ਜਾਣਕਾਰੀ ਸਹਿਤ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਹੀ ਸਾਂਝਾ ਟੀਵੀ ਦੇਖਣ ਵਾਲੇ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਜਦੋਂ ਵੀ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਨੂੰ ਪਤਾ ਜਾਂ ਤਾਂ ਲੋਕ ਵਿਜ਼ਟਰ ਵੀਜ਼ੇ ਤੇ ਜ਼ਿਆਦਾ ਆਉਂਦੇ ਆ, ਜਾਂ ਫਿਰ ਸਟੂਡੈਂਟ ਆਉਂਦੇ ਆ, ਜਾਂ ਵਰਕ ਪਰਮਿਟ ਤੇ ਆਉਂਦੇ ਆ। ਮਾਪਿਆਂ ਦੀ ਤਾਂ ਲੋਟਰੀ ਹੁਣ ਕਦੇ ਕਦੇ ਨਿਕਲਦੀ ਆ। ਹੁਣ ਆਪਾਂ ਵਰਕ ਪਰਮਿਟ ਦੀ ਅੱਜ ਗੱਲ ਕਰਨੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸੋ ਕਿ ਕੋਵਿਡ ਕਾਲ ਚੱਲ ਰਿਹਾ, ਕਈਆਂ ਦੇ ਕੰਮ ਇੱਥੇ ਟੁੱਟੇ ਵੀ ਆ, ਛੁੱਟੇ ਵੀ ਆ, ਹਾਲੇ ਵੀ ਡਿਮਾਂਡ ਕਾਫੀ ਹੈ ਜੀ। ਹਾਂਜੀ, ਵਰਕ ਪਰਮਿਟ ਜਿਹੜਾ ਹੈਗਾ ਜੀ, ਇੱਕ ਬਹੁਤ ਵਧੀਆ ਜਿਹੜਾ ਕੈਟਾਗਰੀ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਤੁਸੀਂ ਕੰਮ ਕਰਨ ਲਈ ਆਉਣਾ ਚਾਹੁੰਦੇ ਆ। ਡੈਫੀਨੇਟਲੀ ਜਿਹੜਾ ਕੋਵਿਡ ਸੀਗਾ ਜੀ, ਇਹਨੇ ਅਸਰ ਪਾਇਆ ਹੈ। ਬਹੁਤ ਸਾਰੇ ਜਿਹੜੇ ਕੰਮ ਹੈਗੇ ਉਹ ਸਲੋ ਹੋ ਗਏ ਜੀ, ਬਹੁਤ ਸਾਰੇ ਕੰਮ ਬੰਦ ਹੋ ਗਏ। ਪਰ ਕਈ ਇੰਡਸਟਰੀਆਂ ਐਵੇਂ ਦੀਆਂ ਜਿਹੜੀਆਂ ਕੋਵਿਡ ਦੇ ਵਿੱਚ ਜ਼ਿਆਦਾ ਬਿਜ਼ੀ ਹੋ ਗਈਆਂ ਜੀ। ਉਹ ਕਿਹੜੀਆਂ ਜੀ? ਮੇਨਲੀ ਜਿਵੇਂ ਮੈਂ ਗੱਲ ਕਰਾਂ ਟਰੱਕਿੰਗ ਇੰਡਸਟਰੀ ਦੀ ਜੀ, ਤਾਂ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਬਿਜ਼ੀ ਹੈ ਇਸ ਵਕਤ, ਕਿਉਂਕਿ ਜਿਹੜੀ ਫੂਡ ਕੰਜ਼ੰਪਸ਼ਨ ਹੈਗੀ ਹੈ ਜੀ, ਜਾਂ ਫੂਡ ਪ੍ਰੋਡਕਸ਼ਨ ਹੈਗੀ, ਉਹ ਉਵੇਂ ਹੀ ਚੱਲਦੀ ਪਈ ਹੈ। ਜਾਂ ਜਿਵੇਂ ਫਾਰਮਿੰਗ ਇੰਡਸਟਰੀ ਹੈ ਜੀ, ਫਾਰਮਿੰਗ ਇੰਡਸਟਰੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਉਵੇਂ ਹੀ ਪ੍ਰੋਡਕਸ਼ਨ ਚੱਲਦੀ ਪਈ ਹੈਗੀ ਹੈ। ਸੋ ਇਵੇਂ ਦੀਆਂ ਜਿਹੜੀਆਂ ਕੁਝ ਕੈਟਾਗਰੀਜ਼ ਹੈਗੀਆਂ ਉਹਦੇ ਵਿੱਚ ਵਰਕ ਪਰਮਿਟਸ ਹਜੇ ਵੀ ਜਿਹੜੇ ਹੈਗੇ ਆ ਉਹ ਅਪਲਾਈ ਹੋ ਰਹੇ ਆ ਜੀ। ਵਰਕਰਸ ਦੀ ਲੋੜ ਹੈਗੀ ਆ। ਬਹੁਤ ਸਾਰੀ ਇੰਡਸਟਰੀ ਹੈਗੀ ਜਿਹੜੀ ਮੀਟ ਇੰਡਸਟਰੀ ਨਾਲ ਰਿਲੇਟਡ ਹੈਗੀ ਹੈ ਜੀ, ਜਿੱਥੇ ਮੀਟ ਕੱਟਿਆ ਜਾਂਦਾ ਜੀ, ਫਿਰ ਪੈਕ ਹੁੰਦਾ ਹੈ। ਸੋ ਉਵੇਂ ਦੇ ਜਿਹੜੇ ਵਰਕਰਸ ਹੈਗੇ ਉਹਨਾਂ ਦੀ ਹਜੇ ਵੀ ਸ਼ਾਰਟੇਜ ਹੈਗੀ ਹੈ। ਸੋ ਜਿਹੜੇ ਵਰਕ ਪਰਮਿਟਸ ਆ ਉਹ ਲੱਗ ਰਹੇ ਆ ਜੀ ਹਜੇ ਵੀ। ਸੋ ਆਪਾਂ ਫਿਰ ਫਾਰਮ ਵਰਕਰ ਵਾਲੇ ਪਾਸਿਓਂ ਤੋੜ ਲੈਂਦੇ ਹਾਂ ਜੀ ਗੱਲ। ਹਾਂਜੀ, ਕਿਉਂਕਿ ਜਿਹੜੀ ਚੀਜ਼ ਦੀ ਡਿਮਾਂਡ ਹੈ ਤੇ ਜਿਹਦੇ ਵਿੱਚ ਪੰਜਾਬੀ ਲੋਕ ਆ ਵੀ ਸਕਦੇ ਆ, ਸਾਡਾ ਤਾਂ ਉੱਥੇ ਇਹ ਕਿੱਤਾ ਨਹੀਂ, ਸਾਡੀ ਤਾਂ ਵਿਰਾਸਤ ਹੈ। ਬਿਲਕੁਲ ਜੀ। ਇਹ ਮੈਨੂੰ ਦੱਸਿਓ, ਜੇ ਕਿਸੇ ਵਿਅਕਤੀ ਨੇ ਫਾਰਮਰ ਦੇ ਤੌਰ ਤੇ ਆਉਣਾ ਹੋਵੇ, ਉਹਦੇ 'ਚ ਕਿਹੜੀਆਂ ਯੋਗਤਾਵਾਂ ਦਾ ਹੋਣਾ ਲਾਜ਼ਮੀ ਹੈ? ਹਾਂਜੀ, ਪਹਿਲਾਂ ਮੈਂ ਥੋੜ੍ਹਾ ਇਹਦੇ ਪਿਛਲੇ ਸਾਲ ਦੇ ਬੈਕਗਰਾਊਂਡ 'ਚ ਜਾਣਾ ਚਾਹੁੰਦਾ ਜੀ ਕਿ ਪਿਛਲੇ ਸਾਲ ਜਦੋਂ ਕੋਵਿਡ ਸਟਾਰਟ ਹੋਇਆ ਸੀਗਾ, ਮਾਰਚ 'ਚ ਸਟਾਰਟ ਹੋ ਗਿਆ ਸੀਗਾ ਜੀ, ਅਤੇ ਉੱਧਰੋਂ ਆਪਣਾ ਸੀਜ਼ਨ ਜਿਹੜਾ ਫਾਰਮਿੰਗ ਦਾ ਕੈਨੇਡਾ ਦੇ ਵਿੱਚ ਸਟਾਰਟ ਹੁੰਦਾ ਜੀ ਅਪ੍ਰੈਲ ਦੇ ਵਿੱਚ। ਸੋ ਹੋਇਆ ਕਿ ਜਿਹੜੀਆਂ ਸਟ੍ਰਿਕਟ ਰਿਸਟ੍ਰਿਕਸ਼ਨਸ ਜਿਹੜੀਆਂ ਟਰੈਵਲ ਦੀਆਂ ਸੀ ਲੱਗ ਗਈਆਂ ਜੀ, ਜਿਹਦੇ ਵਿੱਚ ਜਿਹੜੇ ਮੈਕਸੀਕੋ ਤੋਂ ਆਪਣੇ ਟੈਂਪਰੇਰੀ ਫੋਰਨ ਵਰਕਰਸ ਆਉਂਦੇ ਆ ਉਹ ਵੀ ਨਹੀਂ ਆ ਸਕੇ ਜੀ। ਜਿਹੜੇ ਬਾਹਰੋਂ ਫੋਰਨ ਵਰਕਰਸ ਹੋਰ ਆਉਂਦੇ ਸੀ ਉਹ ਵੀ ਨਹੀਂ ਆ ਸਕੇ, ਜਿਹਦੇ ਨਾਲ ਜਿਹੜੀ ਆਪਣੀ ਐਗਰੀਕਲਚਰ ਇੰਡਸਟਰੀ ਸੀ ਉਹਨੂੰ ਕਾਫੀ ਜਿਹੜਾ ਲਾਸ ਦਾ ਸਾਹਮਣਾ ਕਰਨਾ ਪਿਆ। ਸੋ ਓਕਾਨਾਗਨ ਜਿਹੜਾ ਆਪਣੇ ਵੈਲੀ ਹੈਗੀ BC ਦੇ ਵਿੱਚ, ਜਾਂ ਸਾਡੇ BC 'ਚ ਬਹੁਤ ਸਾਰੇ ਫਾਰਮਰਸ ਆ, ਬਹੁਤ ਮੈਂ ਪਰਸਨਲੀ ਜਾਣਦਾ ਕਿ ਹੋਇਆ ਕਿ ਜਿਹੜਾ ਉਹਨਾਂ ਨੂੰ ਵਰਕਰਸ ਮਿਲੇ ਨਹੀਂ ਗਏ, ਅਤੇ ਜਿਹੜੀ ਫਸਲ ਸੀਗੀ ਉਹ ਬਿਨਾਂ ਜਿਹੜੀ ਹੈਗੀ ਆ ਉਹਨੂੰ ਉਹ ਹਾਰਵੈਸਟ ਨਹੀਂ ਕਰ ਸਕੇ ਜੀ। ਸੋ ਉਹਦਾ ਲਾਸ ਦਾ ਸਾਹਮਣਾ ਕਰਨਾ ਪਿਆ। ਸੋ ਇਸ ਵਾਰੀ ਕੀ ਹੈ ਕਿ ਗੌਰਮੈਂਟ ਨੂੰ ਪਤਾ ਲੱਗ ਗਿਆ ਕਿ ਲਾਸਟ ਈਅਰ ਬੜਾ ਡੈਮੇਜ ਹੋਇਆ, ਫਸਲ ਨੂੰ ਨੁਕਸਾਨ ਹੋਇਆ, ਐਂਡ ਜਿਹੜੀ ਫਾਰਮਿੰਗ ਇੰਡਸਟਰੀ ਉਹਨੂੰ ਇਕਨੋਮਿਕਲੀ ਲਾਸ ਝੱਲਣਾ ਪਿਆ। ਸੋ ਉਹਦੇ ਕਰਕੇ ਐਤਕੀ ਜਿਹੜਾ ਹੈਗਾ ਕਿ ਬਹੁਤ ਸਾਰੇ ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤਾ ਆ ਐਗਰੀਕਲਚਰ ਇੰਡਸਟਰੀ ਨਾਲ ਕਿ ਤੁਹਾਨੂੰ ਵਰਕਰਸ ਵੱਲੋਂ ਕੋਈ ਸ਼ਾਰਟੇਜ ਨਹੀਂ ਆਊਗੀ। ਸੋ ਹੋਪਫੁਲੀ ਐਤਕੀ ਕਾਫੀ ਵਰਕਰ ਜਿਹੜੇ ਹੈਗੇ ਉਹ ਆਉਣਗੇ। ਸੋ ਜਿਹੜਾ ਗੱਲ ਐਲੀਜੀਬਿਲਟੀ ਦੀ ਹੈਗੀ ਹੈ ਉਹਦੇ ਵਿੱਚ ਵਰਕਰ ਦੇ ਲਈ, ਜਦੋਂ ਆਪਾਂ ਫਾਰਮ ਵਰਕਰ ਦੀ ਗੱਲ ਕਰਦੇ ਹਾਂ ਤਾਂ ਸਿਰਫ ਤੁਹਾਨੂੰ 10ਵੀਂ ਪਾਸ ਹੋਣਾ ਚਾਹੀਦਾ ਜੀ। ਆਇਲਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਅਤੇ ਤੁਸੀਂ ਐਗਰੀਕਲਚਰ ਇੰਡਸਟਰੀ 'ਚ ਕੰਮ ਕੀਤਾ ਹੋਣਾ ਚਾਹੀਦਾ ਹੈ, ਚਾਹੇ ਉਹ ਸਾਲ ਕੀਤਾ ਚਾਹੇ 2 ਸਾਲ ਕੀਤਾ ਹੈ। ਸੋ ਆਪਣੇ ਜਿਵੇਂ ਮੈਂ ਬਹੁਤੇ ਜਿਹੜੇ ਵਰਕਰਸ ਜਿਹੜੇ ਹੈਗੇ ਆ ਪੰਜਾਬ ਤੋਂ ਆਉਂਦੇ ਆ ਜੀ। ਸੋ ਜੇ ਤੁਹਾਡੀ ਐਗਰੀਕਲਚਰ ਤੁਹਾਡੀ ਬੈਕਗਰਾਊਂਡ ਹੈਗੀ ਹੈ, ਚਾਹੇ ਤੁਸੀਂ ਆਪਣੇ ਫਾਦਰ ਦੇ ਫਾਰਮ 'ਤੇ ਕੰਮ ਕਰਦੇ ਆ, ਚਾਹੇ ਤੁਸੀਂ ਆਪਣਾ ਓਨ ਫਾਰਮ ਹੈਗਾ ਜੀ, ਅਤੇ ਜਾਂ ਤੁਸੀਂ ਕਿਸੇ ਦੇ ਫਾਰਮ 'ਤੇ ਕੰਮ ਕਰਦੇ ਆ, ਤਾਂ ਤੁਸੀਂ ਐਜ਼ ਏ ਫਾਰਮ ਵਰਕਰ ਕੈਨੇਡਾ ਦੇ ਵਿੱਚੋਂ ਆ ਸਕਦੇ ਆ, ਪ੍ਰੋਵਾਈਡਡ ਕਿ ਤੁਹਾਨੂੰ ਇੰਪਲੋਇਰ ਇੱਥੋਂ ਜੋਬ ਆਫਰ ਦੇਣ ਲਈ ਰਾਜੀ ਹੋਵੇ ਜੀ। ਅੱਛਾ, ਹੁਣ ਉਹਨੂੰ ਸਿੱਧ ਬੰਦਾ ਕਿਵੇਂ ਕਰੂ? ਮੰਨ ਲਓ ਮੈਂ ਆਪਣੀ ਜ਼ਮੀਨ ਦਾ ਮਾਲਕ ਹਾਂ। ਹਾਂਜੀ, ਮੇਰੇ ਵਾਸਤੇ ਬੜਾ ਸੁਖਾਲਾ, ਮੈਂ ਕਹੂੰਗਾ ਜੀ ਆਹ ਨੰਬਰ ਪਿਆ ਜੀ, ਆਹ ਫਰਦ ਪਈ ਹੈ ਜੀ, ਆਹ ਮੇਰੀ ਖੇਤੀ ਸੀ। ਹਾਂਜੀ, ਪਰ ਕਿਉਂਕਿ ਉੱਥੇ ਬਹੁਤਾ ਕੰਮ ਕੈਸ਼ 'ਚ ਹੀ ਚੱਲੀ ਜਾਂਦਾ। ਹਾਂਜੀ, ਉਹ ਬੰਦਾ ਫਿਰ ਸਿੱਧ ਕਿਵੇਂ ਕਰ ਸਕਦਾ ਕਿ ਮੈਂ ਠੇਕੇ 'ਤੇ ਲਈ ਸੀ ਜ਼ਮੀਨ, ਜਾਂ ਮੇਰੇ ਬਾਪ ਦੀ ਜ਼ਮੀਨ, ਉਹ ਕਿਵੇਂ ਕਰੂਗਾ ਜੀ? ਬਹੁਤ ਵਧੀਆ ਕੁਐਸਚਨ ਹੈ ਜੀ। ਜਿਵੇਂ ਆਪਣੇ ਆਮ ਹੀ ਆਪਾਂ ਕਹਿ ਦਿੰਦੇ ਹਾਂ ਕਿ ਜੀ ਮੈਂ ਐਗਰੀਕਲਚਰ ਕਰਦਾ ਅਤੇ ਮੈਂ ਐਲੀਜੀਬਲ ਹੋ ਜਾਊਂਗਾ ਮੈਂ ਅਪਲਾਈ ਕਰਨ ਲਈ। ਪਰ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਡੀਲ ਕਰਦੇ ਹਾਂ ਤਾਂ ਸਾਡੇ ਕੋਲ ਡਾਕੂਮੈਂਟਡ ਐਵੀਡੈਂਸ ਹੋਣੇ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਸਿੱਧ ਕਰਨਾ ਹੋਵੇ ਕਿ ਮੈਂ ਐਜ਼ ਐਗਰੀਕਲਚਰ ਕੰਮ ਕਰਦਾ ਹਾਂ, ਜਾਂ ਮੈਂ ਓਨਰ ਕੰਮ ਕਰਦਾ, ਫਾਰਮ ਆਪਰੇਟ ਕਰ ਰਿਹਾ, ਤਾਂ ਤੁਹਾਡੇ ਕੋਲ ਸਭ ਤੋਂ ਵੱਡੀ ਗੱਲ ਜਿਹੜੀਆਂ ਜ਼ਮੀਨ ਦੇ ਰੈਕਰਡਸ ਹੁੰਦੇ ਜਿਹਨੂੰ ਆਪਾਂ ਫਰਦਾਂ ਕਹਿੰਦੇ ਆ, ਉਹ ਤੁਹਾਡੇ ਨਾਮ 'ਤੇ ਹੋਣੀਆਂ ਚਾਹੀਦੀਆਂ। ਜੇ ਤੁਹਾਡੇ ਨਾਮ 'ਤੇ ਨਹੀਂ, ਜਾਂ ਤੁਹਾਡੇ ਫਾਦਰ ਦੇ ਨਾਮ 'ਤੇ ਆ, ਤਾਂ ਫਾਦਰ ਵੱਲੋਂ ਇੱਕ ਐਫੀਡੇਵਿਟ ਹੋਇਆ, ਸਾਈਨ ਹੋਇਆ ਹੋਣਾ ਚਾਹੀਦਾ ਹੈ ਕਿ ਜਿਹੜੀ ਜ਼ਮੀਨ ਆ ਉਹ ਮੇਰੇ ਨਾਮ 'ਤੇ ਹੈ,
ਪਰ ਜਿਹੜੀ ਐਗਰੀਕਲਚਰ ਦੀ ਦੇਖਭਾਲ ਹੈ, ਜਿਹੜੇ ਆਪਰੇਸ਼ਨਸ ਹੈਗੇ ਐਗਰੀਕਲਚਰ ਰਿਲੇਟਡ, ਉਹ ਸਾਰੇ ਮੇਰਾ ਸਨ ਚਲਾ ਰਿਹਾ ਹੈ। ਸੈਕੰਡਲੀ ਜਿਹੜੇ ਜੇ ਫਾਰਮਸ ਹੁੰਦੇ ਆ ਜੀ, ਜਿਹੜੇ ਆਪਾਂ ਨੂੰ ਫਸਲ ਵੇਚ ਕੇ ਆੜ੍ਹਤੀਆ ਦਿੰਦਾ ਹੈ, ਕਮਿਸ਼ਨ ਏਜੰਟ ਦਿੰਦਾ ਹੈ, ਉਹਦੇ ਤੇ ਆਪਣੀ ਰਸੀਟ ਹੁੰਦੀ ਹੈ ਜਿਹਨੂੰ ਆਪਾਂ ਜੇ ਫਾਰਮ ਕਹਿੰਦੇ ਆ। ਉਹ ਜੇ ਫਾਰਮ ਜਿਹੜਾ ਬੰਦਾ ਫਸਲ ਦੀ ਦੇਖਭਾਲ ਕਰ ਰਿਹਾ, ਜਿਹੜਾ ਫਾਰਮ ਨੂੰ ਚਲਾ ਰਿਹਾ ਹੈ, ਉਹ ਉਹਦੇ ਨਾਮ ਤੇ ਹੋਣੇ ਜ਼ਰੂਰੀ ਹੈ ਜੀ। ਸੈਕੰਡਲੀ ਜਿਵੇਂ ਹੁਣ ਆਪਣੇ ਬਿਲਸ ਹੁੰਦੇ ਆ ਜੀ, ਜਿਵੇਂ ਆਪਾਂ ਸੀਡਸ ਲਏ ਆ ਜੀ, ਪੈਸਟੀਸਾਈਡਸ ਲਈਆਂ ਆ, ਜਾਂ ਆਪਾਂ ਯੂਰੀਆ ਲਈ ਆ, ਉਹ ਜਿਹੜੇ ਬਿਲਸ ਹੈਗੇ ਆ ਉਹ ਜ਼ਰੂਰ ਤੁਸੀਂ ਸਾਂਭ ਕੇ ਰੱਖੋ ਜੀ। ਉਹ ਵੀ ਇੱਕ ਬਹੁਤ ਜਿਹੜਾ ਜ਼ਰੂਰੀ ਐਸਪੈਕਟ ਬਣ ਜਾਂਦਾ ਫਾਈਲ ਦਾ। ਜਿਹੜੀ ਡੀਜ਼ਲ ਲਿਆ ਕਿਤੋਂ, ਡੀਜ਼ਲ ਲਿਆ ਜੀ, ਜੇ ਟਰੈਕਟਰ ਦੀਆਂ ਕਿਸ਼ਤਾਂ ਜਾਂਦੀਆਂ ਜੀ, ਜਾਂ ਟਰੈਕਟਰ ਲਿਆ ਹੋਇਆ ਹੈ, ਤੇ ਹੋਰ ਜਿਵੇਂ ਮੈਂ ਕਹਿ ਸਕਦਾ ਜੀ ਕਿ ਮੋਟਰ ਦਾ ਤੁਹਾਡਾ ਬਿੱਲ ਜੇ ਨਹੀਂ ਵੀ ਆਉਂਦਾ ਹੈਗਾ, ਤਾਂ ਤੁਸੀਂ ਤਾਂ ਵੀ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਉਹ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਕਿ ਮੋਟਰ ਬਿੱਲ ਤਾਂ ਨਹੀਂ ਵੀ ਆਉਂਦਾ, ਪਰ ਬਿੱਲ ਤਾਂ ਕਈ ਵਾਰੀ ਮੋਟਰ ਤਾਂ ਬਾਪ ਦੇ ਨਾਂ ਤੇ ਹੋਣੀ ਹੈ ਜੀ, ਤੇ ਠੇਕੇ ਤੇ ਲਿਆ ਉਹਦੇ ਨਾਂ ਤੇ ਹੋਣੀ ਹੈ। ਹਾਂਜੀ, ਪਰ ਲੀਜ਼ ਐਗਰੀਮੈਂਟ ਸਾਈਨ ਹੋ ਜਾਂਦਾ ਜੀ ਫਾਦਰ ਵੱਲੋਂ। ਲੀਜ਼ ਐਗਰੀਮੈਂਟ ਵਿੱਚ ਲਿਖਿਆ ਜਾਂਦਾ ਬਕਾਇਦਾ ਕਿ ਜਿੰਨੀ ਵੀ ਜਿਹੜੀ ਫਸਲ, ਜਿਹੜੇ ਮੇਰੇ ਐਗਰੀਕਲਚਰ ਫਾਰਮ ਦੇ ਰਿਲੇਟਡ ਆਪਰੇਸ਼ਨਸ ਹੈਗੇ ਆ, ਵਾਹੁਣ ਤੋਂ ਲੈ ਕੇ ਹਾਰਵੈਸਟਿੰਗ ਤੱਕ ਸਾਰਾ ਕੁਝ ਜਿਹੜਾ ਹੈਗਾ ਮੇਰਾ ਬੇਟਾ ਦੇਖਦਾ ਜੀ। ਦੂਸਰਾ ਆਪਣੇ ਕੀ ਕਿਹਾ ਜਾਂਦਾ ਕਿ ਜਿਹੜੀ ਐਗਰੀਕਲਚਰ ਹੈਗੀ ਉਹਨੂੰ ਐਗਜ਼ੈਂਪਟ ਕੀਤਾ ਗਿਆ ਹੈ ਇਨਕਮ ਟੈਕਸ ਤੋਂ ਜੀ, ਬਟ ਤਾਂ ਵੀ ਤੁਹਾਨੂੰ ਮੈਂ ਕਹੂੰਗਾ ਕਿ ਜੇ ਤੁਸੀਂ ਇਨਕਮ ਟੈਕਸ ਤੋਂ ਐਗਜ਼ੈਂਪਟ ਵੀ ਹੈਗੇ ਆ ਤਾਂ 00 ਦੇ ਉੱਪਰ ਜ਼ਰੂਰ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ ਜੀ। ਆਪਾਂ ਇੱਥੇ ਵੀ ਦੇਖਦੇ ਹਾਂ ਕਈ ਵਾਰੀ ਆਪਣੀ ਇਨਕਮ ਘੱਟ ਹੁੰਦੇ ਤੇ ਟੈਕਸ ਲੱਗਦਾ ਹੀ ਨਹੀਂ। ਹਾਂਜੀ, ਤਾਂ ਵੀ ਆਪਾਂ ਟੈਕਸ ਭਰ ਕੇ ਭੇਜਦੇ ਹਾਂ, ਆਪਾਂ ਨੂੰ ਸਗੋਂ ਉਹਦੇ ਅਗੇਂਸਟ GST ਦੇ ਚੈੱਕ ਥੋੜੇ ਬਹੁਤੇ ਹੋਣ ਲੱਗ ਜਾਂਦੇ। ਬਿਲਕੁਲ ਜੀ। ਸੋ ਤੁਹਾਡੇ ਕੋਲੇ ਇਹ ਸਾਰਾ ਰੈਕਡ ਹੋਣਾ ਚਾਹੀਦਾ ਜੀ। ਜੇ ਤੁਹਾਡੇ ਕੋਲੇ ਸਾਰਾ ਰੈਕਡ ਹੈਗਾ, ਜਾਂ ਜਿਵੇਂ ਹੁਣ ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਇਨਕਮ ਸਰਟੀਫਿਕੇਟ ਤਹਿਸੀਲਦਾਰ ਤੋਂ ਲੈਂਦੇ ਆ ਜੀ, ਉਹ ਵੀ ਲਿਆ ਹੋਣਾ ਜ਼ਰੂਰੀ ਹੈ ਜੀ, ਕਿਉਂਕਿ ਉਹ ਇੱਕ ਗਵਰਨਮੈਂਟ ਇਸ਼ੂਡ ਜਿਹੜਾ ਸਰਟੀਫਿਕੇਟ ਹੁੰਦਾ ਕਿ ਤੁਹਾਡੀ ਇਨਕਮ ਇੰਨੀ ਹੋਈ ਸੀਗੀ ਪਿਛਲੇ ਸਾਲ ਦੇ ਵਿੱਚ। ਸੋ ਉਹ ਇੱਕ ਗਵਰਨਮੈਂਟ ਏਜੰਸੀ ਦਾ ਜਿਹੜਾ ਸਰਟੀਫਿਕੇਟ ਆ ਉਹਨੂੰ ਖਾਲਾ ਮਿਲ ਜਾਂਦਾ ਜੀ, ਉੱਥੇ ਮਿਲ ਜਾਂਦਾ ਜੀ। ਅੱਛਾ, ਮਿਲ ਜਾਂਦਾ ਜੀ। ਸੋ ਇਨਕਮ ਸਰਟੀਫਿਕੇਟ ਆਮ ਹੀ ਜਿਹੜੇ ਜ਼ਿਮੀਂਦਾਰ ਆ ਉਹ ਲੈ ਲੈਂਦੇ ਆ ਜੀ। ਤੇ ਜਿਵੇਂ ਕਿਸੇ ਨੇ ਬੈਂਕ ਤੋਂ ਲੋਨ ਲੈਣਾ ਜੀ, ਜਾਂ ਟਰੈਕਟਰ ਲੈਣਾ, ਤਾਂ ਇਨਕਮ ਸਰਟੀਫਿਕੇਟ ਉਦੋਂ ਵੀ ਦਿੰਦੇ ਆ ਜੀ ਉਹ। ਸੋ ਇਹ ਜ਼ਰੂਰ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦਾ ਖਿਆਲ ਰੱਖੋ। ਤੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਆਪਣੇ, ਮੈਨੂੰ ਪਤਾ ਹੈ ਕਿ ਮੋਸਟਲੀ ਡਾਕੂਮੈਂਟਸ ਹੁੰਦੇ ਉਹ ਪੰਜਾਬੀ 'ਚ ਹੁੰਦੇ ਆ ਜੀ। ਸੋ ਨੋਟਰਾਈਜ਼ ਹੋਏ ਹੋਣੇ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਫਰਦਾਂ ਜਿਹੜੀਆਂ ਪੰਜਾਬੀ 'ਚ ਆ ਜੀ। ਹਜੇ ਵੀ ਕੁਛ ਜ਼ਿਲ੍ਹਿਆਂ ਦੇ ਵਿੱਚ ਪੰਜਾਬੀ ਦੇ ਵਿੱਚ ਆ ਜੀ ਫਰਦਾਂ, ਕਿਉਂਕਿ ਕੰਪਿਊਟਰਾਈਜ਼ਡ ਹੋ ਗਈਆਂ, ਉਹ ਇੰਗਲਿਸ਼ 'ਚ ਆ, ਪਰ ਹਜੇ ਵੀ ਪੰਜਾਬੀ 'ਚ ਆ ਜੀ। ਜੇ ਫਾਰਮ ਪੰਜਾਬੀ 'ਚ ਹੁੰਦੇ ਆ ਜੀ, ਆਪਣੇ ਜਿੰਨੇ ਬਿਲਸ ਹੁੰਦੇ ਆ ਉਹ ਪੰਜਾਬੀ 'ਚ ਕੱਟੇ ਹੁੰਦੇ ਆ। ਸੋ ਉਹ ਜਿਹੜੇ ਡਾਕੂਮੈਂਟ ਹੈਗੇ ਆ ਉਹ ਸਾਰੇ ਜਿਹੜੇ ਹੈਗੇ ਆ ਉਹ ਇੰਗਲਿਸ਼ ਟਰਾਂਸਲੇਟਡ ਨੋਟਰਾਈਜ਼ ਹੋਏ ਹੋਣੇ ਚਾਹੀਦੇ ਆ, ਤਾਂ ਉਹ ਐਕਸੈਪਟੇਬਲ ਹੈ ਜੀ। ਅੱਛਾ, ਹੁਣ ਇਹ ਤਾਂ ਹੋ ਗਈ ਕਿ ਇੱਕ ਘਰ 'ਚ ਹੀ ਬੰਦਾ ਖੇਤੀ ਕਰ ਰਿਹਾ, ਬਾਪ ਦੇ ਨਾਂ ਤੇ ਜ਼ਮੀਨ ਹੈ, ਵਾਹੀ ਪੋਤੀ ਕਰਦੇ, ਆਪਾਂ ਨੂੰ ਵੀ ਪਤਾ। ਹਾਂਜੀ, ਪਰ ਹੁਣ ਬਹੁਤ ਸਾਰੇ ਲੋਕ ਨੇ ਉਹਨਾਂ ਕੋਲ ਆਪਣੀ ਜ਼ਮੀਨ ਹੈ ਨਹੀਂ, ਪਰ ਖੇਤੀਬਾੜੀ ਦਾ ਧੰਦਾ ਉਹ ਵੀ ਕਰਦੇ ਆ। ਹਾਂਜੀ, ਪਰ ਉਹ ਕਰਦੇ ਆ ਕਿਸ ਤੋਂ? ਜ਼ਮੀਨ ਠੇਕੇ ਤੇ ਲੈ ਕੇ। ਕਿ ਉਹ ਵੀ ਆਹੀ ਇਹ ਤਰੀਕਾ ਅਪਣਾ ਸਕਦੇ ਜੀ? ਬਿਲਕੁਲ ਅਪਣਾ ਸਕਦੇ ਜੀ, ਕਿਉਂਕਿ ਜਿਹੜਾ ਆਪਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਹਿੰਦੇ ਆ ਕਿ ਮੈਂ ਲਿਖਤ ਕਰ ਲਈ ਹੈਗੀ ਆ ਬੰਦੇ ਨਾਲ ਕਿ ਮੈਂ ਇੰਨੀ ਜ਼ਮੀਨ ਜਿਹੜੀ ਹੈਗੀ ਆ ਠੇਕੇ ਤੇ ਲੈ ਕੇ ਵਾਹੂੰਗਾ ਜੀ, ਪਰ ਕਈ ਲਿਖਤ ਵੀ ਨਹੀਂ ਕਰਦੇ, ਕਹਿੰਦੇ ਯਾਰ ਤੈਨੂੰ ਜਾਂ ਜ਼ਬਾਨ ਦਿੱਤੀ। ਹਾਂਜੀ, ਪਰ ਜੇ ਤੁਸੀਂ ਐਪਲੀਕੇਸ਼ਨ ਲਾਉਣੀ ਹੈ ਜੀ ਤਾਂ ਡਾਕੂਮੈਂਟਰੀ ਐਵੀਡੈਂਸ ਤਾਂ ਤੁਹਾਡੇ ਫਿਰ ਲਿਖਤ ਨਾਲ ਹੀ ਬਣਨੇ ਆ ਜੀ, ਜਿਹਨੂੰ ਆਪਾਂ ਲੀਜ਼ ਐਗਰੀਮੈਂਟ ਕਹਿੰਦੇ ਆ ਜੀ। ਸੋ ਲੀਜ਼ ਐਗਰੀਮੈਂਟ ਪ੍ਰੋਪਰ ਤੁਹਾਡਾ ਸਾਈਨ ਹੋਇਆ ਹੋਣਾ ਚਾਹੀਦਾ ਹੈ। ਲੈਟਸ ਸੇ ਕਿ ਤੁਸੀਂ ਫਾਈਲ ਲਾਉਣੀ ਆ, ਤੁਹਾਡਾ ਲੀਜ਼ ਐਗਰੀਮੈਂਟ ਨਹੀਂ ਸੀਗਾ, ਤਾਂ ਤੁਸੀਂ ਪਿਛਲੀ ਡੇਟ ਦੇ ਵਿੱਚ ਵੀ ਲਿਖਾ ਸਕਦੇ ਹੋ, ਕਿਉਂਕਿ ਤੁਸੀਂ ਐਕਚੁਅਲੀ ਦੇ ਵਿੱਚ ਉਹ ਜ਼ਮੀਨ ਵਾਹ ਰਹੇ ਹੋ ਕਿਸੇ ਤੋਂ ਲੈ ਕੇ, ਤਾਂ ਉਹ ਨੋਟਰਾਈਜ਼ ਜਿਹੜਾ ਹੈਗਾ ਜੀ ਉਹ ਡਾਕੂਮੈਂਟ ਹੋਇਆ ਹੋਣਾ ਚਾਹੀਦਾ ਹੈ। ਤੇ ਸੈਕੰਡਲੀ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਕਿ ਸਾਰੇ ਜਿੰਨੇ ਵੀ ਤੁਹਾਡੇ ਖਰਚੇ ਹੋ ਰਹੇ ਆ, ਤੁਸੀਂ ਬਿਲਸ ਪੇ ਕਰਦੇ ਪਏ ਆ, ਬਿੱਲ ਲੈ ਕੇ ਆ ਰਹੇ ਹੈਗੇ ਆ, ਜਿੱਥੇ ਫਸਲ ਵੇਚ ਰਹੇ ਆ ਉੱਥੋਂ ਤੁਸੀਂ ਜੋ ਵੀ ਰੈਕਡ ਆਪਣਾ ਰਸੀਟਸ ਲੈ ਰਹੇ ਆ ਜੀ, ਤਾਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਜੀ ਉਹ ਨਾਲ ਲੱਗਦੀਆਂ ਜੀ। ਅੱਛਾ, ਹੁਣ ਮੈਨੂੰ ਇਹ ਦੱਸੋ, ਬੰਦੇ ਨੇ 10 ਪੜ੍ਹਿਆ, ਅੰਗਰੇਜ਼ੀ ਬਹੁਤੀ ਆਉਂਦੀ ਵੀ ਨਹੀਂ, ਉਹਨੂੰ ਵੀਜ਼ਾ ਲੱਗ ਗਿਆ, ਪਰ ਇੱਕ ਬੰਦੇ ਦੀ ਇਹ ਤਮੰਨਾ ਹੀ ਹੁੰਦੀ ਹੈ ਕਿ ਯਾਰ ਕੈਨੇਡਾ ਗਏ ਆ, 2 ਸਾਲ ਵਾਸਤੇ 3 ਸਾਲ ਵਾਸਤੇ ਗਏ ਆ, ਕੋਈ ਪੱਕੇ ਹੋਣ ਦੇ ਚਾਂਸਸ ਅੱਗੇ ਜਾ ਕੇ ਬਣ ਜਾਂਦੇ ਆ ਜੀ ਇਸ ਕੈਟਾਗਰੀ 'ਚ? ਜਦੋਂ ਫਾਰਮ ਵਰਕਰ ਦੇ ਤੌਰ ਤੇ ਤੁਸੀਂ ਆਉਣੇ ਆ ਤਾਂ ਜੀ ਕੁਝ ਕੈਟਾਗਰੀਜ਼ ਹੈਗੀਆਂ ਜਿਹੜੀਆਂ ਇਹਨਾਂ ਨੇ ਐਗਰੀ ਫਾਰਮ ਪਾਇਲਟ ਪ੍ਰੋਗਰਾਮ ਦੇ ਅੰਡਰ ਲੈ ਕੇ ਆਉਂਦੀਆਂ। ਅੱਛਾ ਜੀ। ਜਿਹਦੇ ਵਿੱਚ ਖਾਸ ਤੌਰ ਤੇ ਜਿਹੜੇ ਗ੍ਰੀਨ ਹਾਊਸ ਵਰਕਰਸ ਹੈਗੇ ਆ ਜੀ ਉਹ ਪੱਕੇ ਹੋ ਸਕਦੇ ਆ ਜੀ। ਅੱਛਾ ਜੀ। ਕੁਝ ਫਾਰਮ ਵਰਕਰਸ ਵੀ ਪੱਕੇ ਹੋ ਸਕਦੇ ਆ, ਜਿਹੜੀਆਂ ਜਿਵੇਂ ਜਿਹੜੇ ਕੋਈ ਫੂਡ ਪ੍ਰੋਡਕਸ਼ਨ, ਜਿਵੇਂ ਲੈਟਸ ਸੇ ਕਿ ਕੋਈ ਚੈਰੀ ਦਾ ਫਾਰਮ ਆ ਜੀ, ਕੋਈ ਐਪਲ ਦਾ ਫਾਰਮ ਹੈਗਾ, ਤੁਸੀਂ ਉਹਨੂੰ ਪ੍ਰੋਕਿਓਰ ਕਰਕੇ ਰੱਖਦੇ ਆ, ਸਟੋਰ ਕਰਕੇ ਰੱਖਦੇ ਆ ਜਿੱਥੇ, ਉਵੇਂ ਦੇ ਜਿਹੜੇ ਵਰਕਰਸ ਹੈਗੇ ਆ ਜਿਹੜੇ ਸਟੋਰ ਦੇ ਵਿੱਚ ਕੰਮ ਕਰਦੇ ਆ ਜੀ, ਤਾਂ ਉਹ ਪੱਕੇ ਹੋ ਸਕਦੇ ਹੈਗੇ ਆ। ਮੀਟ ਇੰਡਸਟਰੀ 'ਚ ਕੰਮ ਕਰਨ ਵਾਲੇ ਜਿਹੜੇ ਵਰਕਰਸ ਹੈਗੇ ਆ ਉਹ ਵੀ ਪੱਕੇ ਹੁੰਦੇ ਆ। ਉਹਨਾਂ ਦੀ ਕੀ ਯੋਗਤਾ ਚਾਹੀਦੀ ਜੀ? ਉਹਦੇ ਲਈ ਵੀ ਸਿਰਫ 10ਵੀਂ ਪਾਸ ਚਾਹੀਦੇ ਆ ਜੀ ਤੁਸੀਂ, ਮੀਟ ਕੱਟਣ ਲਈ? ਮੀਟ ਕੱਟਣ ਲਈ ਵੀ, ਤੇ ਉਹਦੇ ਲਈ ਤੁਹਾਡੇ ਕੋਲੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪਿਛਲਾ, 1 ਸਾਲ ਦਾ ਤੁਹਾਡੇ ਕੋਲੇ ਕੈਨੇਡਾ 'ਚ ਕੰਮ ਕੀਤੇ ਦਾ ਤਜਰਬਾ ਹੋਣਾ ਚਾਹੀਦਾ ਜੀ, ਤੇ ਇੰਗਲਿਸ਼ ਦੇ ਵਿੱਚ ਦੇ ਤੁਹਾਡੇ 4.5 ਬੈਂਡ ਵੀ ਹੈ ਤਾਂ ਵੀ ਚੱਲ ਜਾਂਦੇ ਆ ਜੀ। ਸੋ ਜਿਹੜੀ ਪੋਲਟਰੀ ਇੰਡਸਟਰੀ ਹੈ ਜੀ, ਜਿਵੇਂ ਡੇਅਰੀ ਇੰਡਸਟਰੀ ਹੈ ਜੀ, ਇਹ ਸਾਰੇ ਵਰਕਰਸ ਇੱਥੇ ਪੱਕੇ ਹੁੰਦੇ ਆ ਜੀ। ਅੱਛਾ। ਫਿਸ਼ਿੰਗ ਇੰਡਸਟਰੀ ਦੇ ਵਿੱਚ ਜਿਵੇਂ ਨੋਵਾ ਸਕੋਸ਼ੀਆ ਦੇ ਵਿੱਚ ਜਾਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਆਪਾਂ ਦੇਖਦੇ ਹਾਂ
ਕਾਫੀ ਵੱਡੀ ਜਿਹੜੀ ਫਿਸ਼ ਇੰਡਸਟਰੀ ਹੈਗੀ ਹੈ ਜੀ, ਸੋ ਉਧਰ ਵੀ ਵਰਕਰ ਜਿਹੜੇ ਹੈਗੇ ਆ ਪੱਕੇ ਹੋ ਰਹੇ ਜੀ ਪਾਇਲਟ ਪ੍ਰੋਗਰਾਮ ਦੇ ਅਧੀਨ, ਕਿਉਂਕਿ ਉਹ ਵਰਕਰਸ ਮਿਲਦੇ ਨਹੀਂ ਗੇ ਜੀ ਇੱਥੇ ਜ਼ਿਆਦਾ, ਸੋ ਬਾਹਰੋਂ ਮੰਗਾਉਣੇ ਪੈਂਦੇ ਆ ਜੀ ਉਹ। ਜੇ ਮੰਨ ਲਓ ਆਪਾਂ ਆਮ ਜਿਹੜਾ ਫਾਰਮ ਆ ਉੱਥੇ ਹੀ ਬੰਦਾ ਕੰਮ ਕਰਦਾ, ਹਾਂਜੀ 2 ਸਾਲ ਦਾ ਤਜਰਬਾ ਇੰਡੀਆ ਸੀ, ਵੀਜ਼ਾ ਲੱਗ ਗਿਆ, ਸਾਲ 2 ਸਾਲ ਇੱਥੇ ਕੰਮ ਕਰਦੇ ਨੂੰ ਹੋ ਗਏ, ਮਾਲਕਾਂ ਨੂੰ ਤਾਂ ਬੜਾ ਚੰਗਾ ਲੱਗਿਆ ਯਾਰ ਹਾਂਜੀ ਵੀ ਆਹ ਮੁੰਡਾ ਤਾਂ ਬੜਾ ਵਧੀਆ ਹੈ, ਇਹਨੂੰ ਆਪਾਂ ਸੁਪਰਵਾਈਜ਼ਰ ਕਰ ਦਈਏ, ਕੰਮ ਧੰਦਾ ਇਹਨੂੰ ਸਾਰਾ ਆਉਂਦਾ, ਫਿਰ ਕੋਈ ਚਾਂਸ ਬਣ ਜਾਂਦੇ? ਹਾਂਜੀ ਸੁਪਰਵਾਈਜ਼ਰ ਦੇ ਵਿੱਚ ਡੈਫੀਨੇਟਲੀ ਚਾਂਸ ਹੈਗੀ ਹੈ ਜੀ। ਜਦੋਂ ਤੁਸੀਂ ਕੈਟਾਗਰੀ B ਦੀ ਜੌਬ 'ਚ ਚਲੇ ਜਾਂਦੇ ਜੀ, ਸੁਪਰਵਾਈਜ਼ਰ ਲੈਵਲ ਜਿਹੜੀ ਜੌਬ ਹੈਗੀ ਉਹ ਕੈਟਾਗਰੀ B ਦੀ ਜੌਬ ਹੈ ਜੀ। ਤੁਹਾਡਾ ਨੌਕ ਕੋਡ ਜਿਹੜਾ ਚੇਂਜ ਹੋ ਜਾਂਦਾ ਜੀ। ਐਕਸਪੀਰੀਅੰਸ ਕਲਾਸ ਦੇ ਵਿੱਚ ਤੁਸੀਂ PR ਹੋ ਸਕਦੇ ਆ 1 ਸਾਲ ਕੰਮ ਕਰਕੇ, ਜਾਂ ਤੁਸੀਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈਗਾ ਜੀ, ਉਹਦੇ ਵਿੱਚ ਵੀ ਅਪਲਾਈ ਕਰਕੇ PR ਹੋ ਸਕਦੇ ਆ ਜੀ। ਸੋ ਡੈਫੀਨੇਟਲੀ ਜਿਹੜੇ ਸੁਪਰਵਾਈਜ਼ਰਸ ਹੈਗੇ ਆ, ਫਾਰਮ ਮੈਨੇਜਰ, ਫਾਰਮ ਸੁਪਰਵਾਈਜ਼ਰਸ, ਇਹ ਸਾਰੇ ਜਿਹੜੇ ਹੈਗੇ ਜੀ ਉਹ ਪੱਕੇ ਹੁੰਦੇ ਆ ਜੀ। ਸੋ ਅਗਲੀ ਜਿਹੜੀ ਕੈਟਾਗਰੀ ਹੈ, ਕਿਉਂਕਿ ਤੁਸੀਂ ਟਰੱਕਿੰਗ ਦਾ ਕੰਮ ਕੀਤਾ, ਆਪਾਂ ਵੇਖ ਰਹੇ ਹਾਂ ਕਿ ਆਪਣਾ ਜਿਹੜਾ ਬਾਰਡਰ ਵੀ ਬੰਦ ਕੀਤਾ ਪਿਆ ਮਾਰਚ 21 2020 ਤੋਂ। ਹਾਂਜੀ ਤੁਸੀਂ ਦੇਖ ਲਓ ਕਿ ਹਾਲੇ ਵੀ ਉਹਦੇ 'ਚ ਪਾਬੰਦੀਆਂ 'ਚ ਵਾਧਾ ਹੋਈ ਜਾ ਰਿਹਾ, ਹਾਲਾਂਕਿ ਵੱਡੇ ਪੱਧਰ ਤੇ ਡਿਬੇਟ ਚੱਲ ਰਹੀ ਹੈ। ਅਮਰੀਕਾ ਵਾਲੇ ਕਹਿੰਦੇ ਖੋਲੋ, ਆਮ ਆਪਣੇ ਕੈਨੇਡੀਅਨ ਲੋਕ ਕਈ ਖੁਸ਼ ਨੇ ਕਿ ਬਹੁਤ ਸਾਰੇ ਵਿਰੋਧਤਾ ਕਰਦੇ ਕਿ ਨਹੀਂ ਹਲੇ ਖੋਲਣਾ ਨਹੀਂ ਚਾਹੀਦਾ ਜਿੰਨੀ ਦੇਰ ਤੱਕ ਟੀਕੇ ਟੂਕੇ ਨਹੀਂ ਲੱਗਦੇ। ਹਾਂਜੀ ਪਰ ਸਪਲਾਈ ਚੇਨ ਤਾਂ ਪ੍ਰਭਾਵਿਤ ਨਹੀਂ ਹੋਈ। ਨਹੀਂ ਜੀ, ਬਹੁਤ ਸਾਰੇ ਲੋਕ ਉਹ ਵੀ ਸੀ ਜਿਹੜੇ ਕੰਮ ਟਰੱਕਾਂ ਵਾਲਾ ਛੱਡ ਵੀ ਗਏ ਆ ਡਰਦੇ ਮਾਰੇ। ਇਸ ਕਰਕੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿੱਚ ਡਿਮਾਂਡ ਕਾਫੀ ਹੈ, ਇਹਦੇ ਵਾਸਤੇ ਕੌਣ ਅਪਲਾਈ ਕਰ ਸਕਦਾ, ਕੀ ਯੋਗਤਾ ਚਾਹੀਦੀ ਹੈ ਜੀ? ਹਾਂ, ਜਿਵੇਂ ਤੁਸੀਂ ਦੱਸਿਆ ਜੀ ਕਿ ਟਰੱਕਿੰਗ ਇੰਡਸਟਰੀ ਨੂੰ ਬਹੁਤ ਲੋੜ ਹੈਗੀ ਹੈ ਜੀ। ਟਰੱਕਿੰਗ ਇੰਡਸਟਰੀ ਦਾ ਮੇਨ ਕਾਰਨ ਜਿਹੜਾ ਹੈਗਾ ਜੀ, ਮੈਂ ਉਹ ਇਹ ਕਹੂੰਗਾ ਕਿ ਪਿਛਲੇ ਸਮੇਂ ਦੌਰਾਨ ਜਿਹੜੇ ਨਵੇਂ ਟਰੱਕ ਡਰਾਈਵਰ ਸੀਗੇ ਉਹ ਮਾਰਕੀਟ ਦੇ ਵਿੱਚ ਨਹੀਂ ਜੀ ਆ ਰਹੇ ਹੁਣ ਜੀ। ਜਿਹੜੇ ਪੁਰਾਣੇ ਟਰੱਕ ਡਰਾਈਵਰ ਸੀਗੇ, ਜਿਹੜੇ ਹੁਣ 40 ਸਾਲ ਹੋ ਗਏ, ਜਿਨ੍ਹਾਂ ਨੂੰ 35 ਸਾਲ ਟਰੱਕ ਚਲਾਉਂਦਿਆਂ ਨੂੰ, ਉਹ ਰਿਟਾਇਰ ਹੋ ਰਹੇ ਹੈ। ਸੋ ਉਨੇ ਟਰੱਕ ਡਰਾਈਵਰ ਜਿਹੜੇ ਹੈਗੇ ਉਹ ਇੰਡਸਟਰੀ 'ਚ ਸ਼ਾਮਲ ਨਹੀਂ ਹੋ ਰਹੇ, ਨਵੇਂ ਨਹੀਂ ਆ ਰਹੇ ਹੈਗੇ। ਸੋ ਗਵਰਨਮੈਂਟ ਨੇ ਇੱਕ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਵੀ ਤਿਆਰ ਕੀਤਾ ਸੀ PNP ਦੇ ਵਿੱਚ। ਕੁਝ ਪ੍ਰੋਵਿੰਸਿਸ ਨੂੰ ਸਿੱਧੀਆਂ PNPs ਵੀ ਅਲਾਉ ਕੀਤੀਆਂ ਸੀ ਕਿ ਤੁਸੀਂ ਸਿੱਧਾ ਹੀ ਨੋਮੀਨੇਟ ਕਰ ਸਕਦੇ ਹੋ, ਜੇ ਕੋਈ ਟਰੱਕ ਡਰਾਈਵਰ ਐਲੀਜੀਬਲ ਹੈਗਾ ਆ, ਆਊਟ ਆਫ ਕੰਟਰੀ ਬੈਠਾ, ਤੁਸੀਂ ਸਿੱਧਾ ਨੋਮੀਨੇਸ਼ਨ ਕਰਕੇ ਹੀ ਸਿੱਧਾ ਲਿਆ ਕੇ ਉਹਨੂੰ ਕੰਮ ਤੇ ਲਾ ਸਕਦੇ ਆ। ਪਰ ਜਿਹੜਾ ਟਰੱਕ ਡਰਾਈਵਰ ਫੋਰਨ ਵਰਕਰ ਦੇ ਪ੍ਰੋਗਰਾਮ ਦੇ ਅਧੀਨ ਹੈਗਾ ਜੀ, ਉਹਦੇ ਲਈ ਸਾਨੂੰ ਐਲੀਜੀਬਿਲਟੀ ਕ੍ਰਾਈਟੇਰੀਆ, ਤੁਹਾਡੇ ਕੋਲ ਗ੍ਰੇਡ 12 ਪਾਸ ਹੋਣਾ ਚਾਹੀਦਾ ਜੀ, 5 ਬੈਂਡ ਤੁਹਾਡੇ ਕੋਲ IELTS ਦੇ ਚਾਹੀਦੇ ਆ, 1 ਤੋਂ 2 ਸਾਲ ਤੁਸੀਂ ਟਰੱਕ ਚਲਾਇਆ ਹੋਣਾ ਚਾਹੀਦਾ ਜੀ, ਤੇ ਕਲਾਸ 1 ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹਦੇ ਵਿੱਚ ਮੈਂ ਉਹਨਾਂ ਟਰੱਕ ਡਰਾਈਵਰਸ ਨੂੰ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਬੇਨਤੀ ਕਰਨੀ ਚਾਹੂੰਗਾ ਜਿਹੜੇ ਖਾਸ ਤੌਰ ਤੇ UAE ਦੇ ਵਿੱਚ ਕੰਮ ਕਰ ਰਹੇ ਆ, ਜਾਂ ਮਲੇਸ਼ੀਆ, ਸਿੰਗਾਪੁਰ ਜਾਂ ਹਾਂਗਕਾਂਗ ਦੇ ਵਿੱਚ ਕੰਮ ਕਰਦੇ ਪਏ ਆ, ਜਾਂ ਯੂਰਪ ਦੇ ਕਿਸੇ ਹਿੱਸੇ 'ਚ। ਉਹ ਟਰੱਕ ਡਰਾਈਵਰਸ ਦਾ ਵੀਜ਼ਾ ਲੱਗਣਾ ਬੜਾ ਸੌਖਾ ਹੋ ਜਾਂਦਾ ਜੀ, ਕਿਉਂਕਿ ਜਿਹੜੇ ਨੋਰਮਸ ਹੈ ਡਰਾਈਵਿੰਗ ਦੇ ਜੀ, ਰੈਗੂਲੇਸ਼ਨਸ ਹੈਗੇ ਆ, ਲਾਅਸ ਹੈਗੇ ਆ, ਉਹ ਆਲਮੋਸਟ ਸੇਮ ਹੈਗੇ ਆ ਇਹਨਾਂ ਕੰਟਰੀਆਂ ਦੇ ਵਿੱਚ। ਖਾਸ ਤੌਰ 'ਤੇ UAE ਹੈ ਜੀ, UAE ਦੇ ਵਿੱਚ ਸੇਮ ਟਰੱਕ ਜਿਹੜੇ ਸਾਡੇ ਵੋਲਵੋ ਦੇ, ਫਰਾਈਟਲਾਈਨਰ ਦੇ ਜਿਹੜੇ ਹੈਗੇ ਜੀ ਟਰੱਕ, ਉਹ ਸਾਰੇ ਉੱਧਰ ਉਹੀ ਚੱਲਦੇ ਨੇ ਜੀ। ਸੋ ਉਹਨਾਂ ਡਰਾਈਵਰਸ ਨੂੰ ਇੱਥੇ ਆ ਕੇ ਲਾਇਸੈਂਸ ਬੜਾ ਲੈਣਾ ਸੁਖਾਲਾ ਹੈ ਜੀ। ਸੋ ਬਹੁਤ ਸਾਰੇ ਟਰੱਕ ਡਰਾਈਵਰ ਜਿਹੜੇ ਪਿਛਲੇ ਸਮੇਂ ਦੌਰਾਨ ਸਾਡੇ ਥਰੂ ਆਏ ਸੀਗੇ, ਉਹ 1-1 ਮਹੀਨੇ ਦੇ ਵਿੱਚ ਇੱਥੇ ਟਰੱਕ ਚਲਾਉਣ ਲੱਗ ਗਏ ਜੀ ਉੱਥੋਂ ਆ ਕੇ, ਕਿਉਂਕਿ ਉਹਨਾਂ ਦਾ ਲਾਇਸੈਂਸ ਸੀਗਾ ਉਹ ਰਾਈਟ ਟੂ ਐਕਸੈਪਟੇਬਲ ਹੋ ਗਿਆ ਜਾਂਦਾ ਜੀ। ਇੱਥੇ ਉਹਨਾਂ ਨੇ ਡਰਾਈਵਿੰਗ ਦਾ ਟੈਸਟ ਦੇਣਾ ਜੀ ਦੁਬਾਰਾ ਨਵੇਂ ਸਿਰਿਓਂ, ਐਂਡ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਉਹ ਸਿੱਧਾ ਟਰੱਕ ਚਲਾਉਣ ਦੇ ਯੋਗ ਹੋ ਜਾਂਦੇ ਆ ਜੀ। ਸੋ ਮੈਂ ਕਹੂੰਗਾ ਕਿ ਜਿਨ੍ਹਾਂ ਬੰਦਿਆਂ ਨੇ ਦੁਬਈ ਦੇ ਵਿੱਚ ਐਕਸਪੀਰੀਅੰਸ ਲਿਆ ਹੋਇਆ, 1 ਤੋਂ 2 ਸਾਲ ਦਾ ਐਕਸਪੀਰੀਅੰਸ ਹੈ, ਕਲਾਸ 1 ਦਾ ਲਾਇਸੈਂਸ ਉੱਧਰਲਾ ਰਿਹਾ ਉਹਨਾਂ ਕੋਲੇ, ਅਤੇ ਉਹ IELTS ਵਿੱਚ 5 ਬੈਂਡ ਲੈ ਸਕਦੇ ਆ ਜੀ, ਤਾਂ ਉਹ ਬਹੁਤ ਵਧੀਆ ਐਲੀਜੀਬਲ ਜਿਹੜੇ ਹੈਗੇ ਉਹ ਕੈਂਡੀਡੇਟਸ ਹੈਗੇ ਆ ਜੀ, ਟਰੱਕ ਡਰਾਈਵਰ ਦੇ ਤੌਰ ਤੇ ਕੈਨੇਡਾ 'ਚ ਆ ਸਕਦੇ ਆ ਜੀ। ਅੱਛਾ, ਇਹ ਦੱਸਿਓ, ਆਮ ਤੌਰ ਤੇ ਹੁੰਦਾ ਕਿ ਆਪਾਂ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਹੈ, ਹਾਂਜੀ, ਟਰੱਕ ਡਰਾਈਵਰ ਜਦੋਂ ਆਉਂਦੇ ਆ ਪਰਿਵਾਰ ਨਾਲ ਆਉਂਦਾ ਜਾਂ ਨਹੀਂ ਜੀ? ਜਦੋਂ ਟਰੱਕ ਡਰਾਈਵਰ ਵਰਕ ਪਰਮਿਟ ਤੇ ਆਉਂਦਾ ਜੀ, ਉਦੋਂ ਪਰਿਵਾਰ ਨਹੀਂ ਨਾਲ ਆਉਂਦਾ ਜੀ। ਉਦੋਂ ਟਰੱਕ ਡਰਾਈਵਰ ਨੇ ਇਕੱਲਿਆਂ ਹੀ ਵਰਕ ਪਰਮਿਟ ਲੈ ਕੇ ਆਉਣਾ ਜੀ, ਅਤੇ ਉਹ ਇੱਥੇ ਆ ਕੇ ਆਪਣੀ ਫੈਮਿਲੀ ਨੂੰ ਐਜ਼ ਏ ਵਿਜ਼ਟਰ ਬੁਲਾ ਸਕਦਾ ਜੀ, ਉਹ ਵਰਕ ਪਰਮਿਟ ਤੇ ਨਹੀਂ ਬੁਲਾ ਸਕਦਾ, ਕਿਉਂਕਿ ਜਿਹੜੀ ਟਰੱਕ ਡਰਾਈਵਰ ਦੀ ਜੌਬ ਆ ਉਹ ਹਜੇ ਵੀ ਕੈਟਾਗਰੀ C ਦੇ ਵਿੱਚ ਮੰਨੀ ਗਈ ਹੈ। ਚਾਹੇ ਇਹ ਐਕਚੁਅਲੀ ਸਕਿਲਡ ਜੌਬ ਹੈਗੀ ਹੈ ਜੀ, ਟਰੱਕ ਚਲਾਉਣਾ ਵੀ ਇੱਕ ਸਕਿੱਲ ਹੈ ਜੀ। ਸੋ ਮੈਂ ਇਹਨੂੰ ਸਮਝਦਾ ਕਿ ਜਿਵੇਂ ਪਲੰਬਰ ਕੰਮ ਕਰਦਾ, ਇਲੈਕਟ੍ਰੀਸ਼ੀਅਨ ਕੰਮ ਕਰਦਾ, ਉਸ ਤੋਂ ਵੀ ਜ਼ਿਆਦਾ ਸਕਿੱਲ ਟਰੱਕ ਚਲਾਉਣ ਲਈ ਚਾਹੀਦਾ ਹੈ ਜੀ। ਸੋ ਹਜੇ ਵੀ ਇਹ ਕੈਟਾਗਰੀ C ਦੇ ਵਿੱਚ ਰੱਖੀ ਗਈ ਹੈ। ਸੋ ਕੈਟਾਗਰੀ C ਦੀ ਜੌਬ ਹੋਣ ਕਰਕੇ ਇਹਦੇ ਵਿੱਚ ਓਪਨ ਵਰਕ ਪਰਮਿਟ ਵਾਈਫ ਲਈ, ਸਪਾਊਸ ਲਈ ਨਹੀਂ ਹੈਗਾ। ਪਰ ਤੁਸੀਂ ਆਲਵੇਜ਼ ਜਦੋਂ ਤੁਸੀਂ ਕੈਨੇਡਾ 'ਚ ਕੰਮ ਕਰਦੇ ਆ ਤਾਂ ਤੁਸੀਂ ਹਮੇਸ਼ਾ ਉਹਨਾਂ ਨੂੰ ਵਿਜ਼ਟਰ ਵੀਜ਼ੇ ਦੇ ਉੱਪਰ ਬੁਲਾ ਸਕਦੇ ਆ। ਪਰ ਜਦੋਂ ਤੁਹਾਡੀ ਨੋਮੀਨੇਸ਼ਨ ਦੇ ਵਿੱਚ ਫਾਈਲ ਚੱਲੀ ਜਾਂਦੀ ਹੈ PNP ਦੇ ਥਰੂ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਫਾਈਲ ਚੱਲੀ ਜਾਂਦੀ ਹੈ ਅਤੇ ਤੁਹਾਡੀ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ ਅਤੇ ਤੁਹਾਡੇ ਕੋਲ PR ਦਾ ਫਾਈਲ ਨੰਬਰ ਆ ਜਾਂਦਾ, ਤਾਂ ਤੁਸੀਂ ਉਦੋਂ ਡੈਫੀਨੇਟਲੀ ਆਪਣੇ ਜਿਹੜਾ ਸਪਾਊਸ ਹੈਗਾ ਜੀ ਉਹਨਾਂ ਨੂੰ ਇੱਥੇ ਵਰਕ ਪਰਮਿਟ ਤੇ ਬੁਲਾ ਸਕਦੇ ਆ। ਅੱਛਾ, ਜਿਹੜੀ ਤੁਸੀਂ ਗੱਲ ਦੱਸਦੇ ਹੋ ਕਿ ਬਹੁਤ ਸਾਰੇ ਦਰਸ਼ਕ ਇਸ ਜਾਣਕਾਰੀ ਵਾਸਤੇ ਵੀ ਉਤਾਵਲੇ ਹੋਣਗੇ, ਇਹ ਕਿਸੇ ਵੀ ਕੈਟਾਗਰੀ ਵਿੱਚ ਸੇਮ ਹੀ ਹੁੰਦਾ? ਮੰਨ ਲਓ ਕਿ ਨੈਨੀ ਦੇ ਤੌਰ ਤੇ ਆਇਆ ਜਾਂ ਆਈ ਸੀ, ਹਾਂਜੀ,
ਉਹਦੇ 2 ਸਾਲ ਪੂਰੇ ਹੋਣ ਤੋਂ ਬਾਅਦ ਓਪਨ ਵਰਕ ਪਰਮਿਟ ਮਿਲ ਗਿਆ ਤੇ ਪੀਆਰ ਦੀ ਉਹਨੇ ਫਾਈਲ ਲਾਤੀ, ਕਿ ਉਹ ਵੀ ਜਿਹੜੇ ਪੁਰਾਣਿਆਂ ਦੀ ਗੱਲ ਹੈ ਕਿ ਉਹ ਵੀ ਇਸ ਤਰੀਕੇ ਨਾਲ ਆਪਣੇ ਸਪਾਊਸ ਨੂੰ ਸੱਦ ਸਕਦੇ ਹੁੰਦੇ? ਓਪਨ ਵਰਕ ਪਰਮਿਟ ਲੈਣ ਦਾ ਬੈਨੀਪਾਲ ਸਾਹਿਬ ਸਭ ਤੋਂ ਜਿਹੜਾ ਵਧੀਆ ਤਰੀਕਾ ਹੈ ਜੀ, ਉਹ ਜਦੋਂ ਤੁਹਾਡੀ ਫਾਈਲ ਪੀਆਰ ਨੂੰ ਚਲੀ ਜਾਂਦੀ ਹੈ ਤਾਂ ਤੁਹਾਡੇ ਕੋਲੇ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਫਾਈਲ ਨੰਬਰ ਆ ਜਾਂਦਾ ਜੀ ਹੱਥ 'ਚ, ਤਾਂ ਤੁਸੀਂ ਉਦੋਂ ਆਲਵੇਜ਼ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਡਜ਼ਨਟ ਮੈਟਰ ਤੁਸੀਂ ਕਿਸ ਕੈਟਾਗਰੀ 'ਚ ਫਾਈਲ ਲਾਈ ਸੀ, ਤੁਹਾਡੇ ਕੋਲੇ ਓਪਨ ਵਰਕ ਪਰਮਿਟ ਦੇ ਤੁਹਾਡੇ ਕੋਲੇ ਤੁਹਾਡੀ ਪੀਆਰ ਦਾ ਜਿਹੜਾ ਫਾਈਲ ਨੰਬਰ ਹੈਗਾ ਜੀ ਉਹ ਹੋਣਾ ਜ਼ਰੂਰੀ ਹੈ, ਇਨ ਹੈਂਡ ਹੋਣਾ ਚਾਹੀਦਾ ਹੈ। ਅਤੇ ਤੁਸੀਂ ਉਸੇ ਜੌਬ ਦੇ ਉੱਪਰ ਜਿਸ ਜੌਬ ਤੇ ਤੁਹਾਡੀ ਨੋਮੀਨੇਸ਼ਨ ਅਪਰੂਵ ਹੋਈ ਸੀ ਤੁਸੀਂ ਜੌਬ ਕਰਦੇ ਹੋਣੇ ਚਾਹੀਦੇ ਆ, ਤਾਂ ਤੁਸੀਂ ਆਪਣੇ ਸਪਾਊਸ ਤੇ ਆਪਣੇ ਬੱਚਿਆਂ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਆ ਜੀ। ਸੋ ਕਿਸੇ ਵੀ ਕੈਟਾਗਰੀ 'ਚ ਹੋਵੇ ਪਰ ਤੁਹਾਡੇ ਕੋਲੇ ਪੀਆਰ ਦੀ ਫਾਈਲ ਤੁਹਾਡੀ ਇਨ ਦਾ ਨੰਬਰ ਹੋਵੇ, ਤੁਹਾਡੇ ਕੋਲ ਫਾਈਲ ਨੰਬਰ ਤੁਹਾਡੇ ਹੱਥ 'ਚ ਹੋਣਾ ਜ਼ਰੂਰੀ ਹੈ ਜੀ। ਹੁਣ ਜਿਹੜੇ ਆਪਾਂ ਡਰਾਈਵਰਾਂ ਦੀ ਗੱਲ ਕਰਦੇ ਆ, ਇਹਨਾਂ ਨੂੰ 2 ਸਾਲ ਕੰਮ ਕਰਨਾ ਪੈਂਦਾ ਜੀ ਇੱਥੇ ਜਾਂ ਸਾਹਿਬ? ਜੇਕਰ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ 3 ਸਾਲ ਕੰਮ ਕੀਤਾ ਹੋਇਆ ਐਜ਼ ਅ ਟਰੱਕ ਡਰਾਈਵਰ, ਚਾਹੇ ਕਿਸੇ ਵੀ ਕੰਟਰੀ 'ਚ ਕੀਤਾ, ਤੇ ਤੁਹਾਡੇ ਕੋਲੇ ਉਸ ਕੰਮ ਕੀਤੇ ਦਾ ਤੁਹਾਡੇ ਕੋਲੇ ਸਬੂਤ ਹੈਗਾ, ਐਵੀਡੈਂਸ ਹੈਗਾ ਆ, ਤਾਂ ਐਕਸਪੀਰੀਅੰਸ ਲੈਟਰ ਤੁਹਾਡੇ ਕੋਲੇ ਹੈਗਾ, ਜਾਂ ਤੁਸੀਂ ਟੈਕਸ ਫਾਈਲ ਕੀਤਾ ਸੀਗਾ ਉਸ ਕੰਟਰੀ ਦੇ ਵਿੱਚ, ਜਾਂ ਤੁਹਾਡੇ ਕੋਲੇ ਪੇ ਸਟਬਸ ਹੈਗੀਆਂ 2 ਸਾਲ ਦੀਆਂ, ਤੁਸੀਂ ਸਬੂਤ ਦਿਖਾ ਸਕਦੇ ਆ ਕਿ ਪਿਛਲੇ 5 ਸਾਲਾਂ 'ਚ ਮੈਂ 3 ਸਾਲ ਕੰਮ ਕੀਤਾ ਹੈ ਕਿਸੇ ਹੋਰ ਕੰਟਰੀ ਦੇ ਵਿੱਚ, ਤਾਂ ਤੁਸੀਂ ਸਿਰਫ 9 ਮਹੀਨੇ ਕੈਨੇਡਾ 'ਚ ਕੰਮ ਕਰਕੇ ਆਪਣੇ BC 'ਚ ਫਾਈਲ ਲਾ ਸਿਰਫ 9 ਮਹੀਨੇ? ਸਿਰਫ 9 ਮਹੀਨੇ ਜੀ। ਜੇ ਕਿਸੇ ਕੋਲੇ ਕੋਈ ਤਜਰਬਾ ਨਹੀਂ ਸੀਗਾ ਪਿਛਲੇ ਸਮੇਂ ਦੌਰਾਨ, ਫਿਰ ਉਹਨੂੰ ਕੈਨੇਡਾ 'ਚ 2 ਸਾਲ ਕੰਮ ਕਰਨਾ ਪੈਂਦਾ ਜੀ, ਫਿਰ ਉਹ ਫਾਈਲ ਲਾ ਸਕਦਾ। ਪਰ ਜਿਹਦਾ ਕੋਈ ਐਕਸਪੀਰੀਅੰਸ ਹੈ ਨਹੀਂ ਸੀ, ਹਾਂਜੀ, ਉਹਨੂੰ ਫਿਰ ਵੀਜ਼ਾ ਤਾਂ ਵੀ ਲੱਗ ਜਾਂਦਾ ਜੀ? ਇਹਦੇ 'ਚ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਰੱਖੀ ਗਈ ਜੀ, ਇਹ 'ਚ ਕਲਾਸ 1 ਡਰਾਈਵਰ ਲਾਇਸੈਂਸ ਦੀ ਰਿਕੁਆਇਰਮੈਂਟ ਰੱਖੀ ਗਈ ਹੈ ਜੀ। ਸੋ ਜੇ ਤੁਹਾਡੇ ਕੋਲੇ ਕਲਾਸ 1 ਦਾ ਲਾਇਸੈਂਸ ਹੈਗਾ ਜੀ, ਅਤੇ ਤੁਸੀਂ ਫਿਰ ਜੇ ਤੁਸੀਂ ਕੈਨੇਡਾ 'ਚ ਆ ਕੇ ਕਲਾਸ 1 ਉਸ ਲਾਇਸੈਂਸ ਨੂੰ ਵਟਾ ਸਕਦੇ ਆ ਇੱਥੇ ਆ ਕੇ, ਤਾਂ ਤੁਸੀਂ ਐਲੀਜੀਬਲ ਆ ਜੀ ਫਾਈਲ ਲਾਉਣ ਦੇ ਲਈ। ਅੱਛਾ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ UAE ਦੇ ਵਿੱਚ, ਯੂਰਪ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਨੇ ਉਹ ਲਗਭਗ ਆਪਣੇ ਵਰਗੀ ਟਰੱਕ ਚਲਾਉਂਦੇ ਨੇ, ਇਸੇ ਤਰ੍ਹਾਂ ਦੀ ਉੱਥੇ ਰੋਡਸ ਨੇ, ਸਾਈਨ ਵਗੈਰਾ ਇਸੇ ਤਰ੍ਹਾਂ ਫੋਲੋ ਕਰਦੇ ਆ। ਪਰ ਆਪਾਂ ਜਦੋਂ ਪੰਜਾਬ ਜਾਂ ਇੰਡੀਆ ਦੀ ਗੱਲ ਕਰਦੇ ਆ, ਆਪਣੇ ਟਰੱਕਾਂ ਦਾ ਵੀ ਫਰਕ ਆ ਉੱਥੇ। ਹਾਂਜੀ, ਉੱਥੇ ਹੋ ਸਕਦਾ ਉਹਨਾਂ ਨੇ ਪ੍ਰੋਪਰ ਲਾਇਸੈਂਸ ਵੀ ਨਾ ਲਾਏ ਹੋਣ, ਪਹਿਲਾਂ ਟ੍ਰੇਨਿੰਗ ਤਾਂ ਉੱਥੇ ਹੈ ਨਹੀਂ ਕੋਈ, ਹਾਂਜੀ, ਕਿ ਉਹਨਾਂ ਨੂੰ ਵੀ ਮੰਨ ਲਿਆ ਜਾਂਦਾ ਜੀ ਉਹ ਲਾਇਸੈਂਸ ਨੂੰ? ਕਲਾਸ 1 ਲਾਇਸੈਂਸ ਮੰਨ ਲਿਆ ਜਾਂਦਾ ਜੀ, ਪਰ ਜਿਹੜੇ ਬਹੁਤੇ ਕੈਨੇਡੀਅਨ EMPLOYERS ਆ ਉਹਨਾਂ ਨੂੰ ਹੈਸੀਟੇਟ ਹੁੰਦੇ ਆ ਜੀ, ਝਿਜਕਦੇ ਆ ਉਹਨਾਂ ਨੂੰ ਹਾਇਰ ਕਰਨ ਲਈ। ਅੱਛਾ, ਕਿਉਂਕਿ ਉਹਦਾ ਵੱਡਾ ਕਾਰਨ ਇੱਥੇ ਆ ਕੇ ਲਾਇਸੈਂਸ ਲੈਣ 'ਚ ਦਿੱਕਤ ਆ ਜੀ। ਅੱਛਾ ਜੀ, ਜਦੋਂ ਇੰਡੀਆ ਤੋਂ ਕੋਈ ਲਾਇਸੈਂਸ, ਇੰਡੀਅਨ ਲਾਇਸੈਂਸ ਹੋਲਡਰ ਕੈਨੇਡਾ ਦੇ ਵਿੱਚ ਆ ਕੇ ਲਾਇਸੈਂਸ ਅਪਲਾਈ ਕਰਦਾ ਜੀ, ਤਾਂ ਉਹਨੂੰ ਘੱਟੋ ਘੱਟ ਕਲਾਸ 1 ਦਾ ਲਾਇਸੈਂਸ ਲੈਣ ਤੱਕ 1 ਈਅਰ ਲੱਗ ਜਾਂਦਾ ਜੀ, 10 ਮਹੀਨੇ ਤੋਂ ਲੈ ਕੇ 12 ਮਹੀਨੇ ਲੱਗ ਜਾਂਦੇ ਆ ਜੀ, ਕਿਉਂਕਿ ਉਹਨੇ ਕਲਾਸ 5 ਤੋਂ ਸ਼ੁਰੂ ਕਰਨਾ ਜੀ। ਤੇ ਬਹੁਤੇ ਕੇਸ ਦੇ ਵਿੱਚ ICBC ਉਹਨਾਂ ਦਾ ਲਾਇਸੈਂਸ ਨੂੰ ਮਾਨਤਾ ਨਹੀਂ ਦਿੰਦੀ ਇੰਡੀਆ ਵਾਲੇ ਨੂੰ ਜੀ। ਅੱਛਾ, ਤੇ ਜਦੋਂ ਚਾਹੇ ਤੁਹਾਡੇ ਲਾਇਸੈਂਸ ਨੂੰ ਮਾਨਤਾ ਮਿਲ ਵੀ ਜਾਵੇ, ਕਲਾਸ 1 ਦਾ ਲਾਇਸੈਂਸ BC ਦੇ ਵਿੱਚ ਲੈਣ ਲਈ ਘੱਟੋ ਘੱਟ 10 ਮਹੀਨੇ ਦਾ ਸਮਾਂ ਲੱਗ ਜਾਂਦਾ ਜੀ। ਸੋ ਜਿਹੜਾ EMPLOYER ਹੈਗਾ ਉਹਨੇ ਤਾਂ ਹੀ ਮੰਗਾਇਆ ਜੀ, ਅੱਜ ਚਾਹੀਦਾ ਕਿ ਉਹਨਾਂ ਕੋਲ ਟਰੱਕ ਖੜੇ ਆ ਜੀ, ਉਹਦੇ ਕੋਲ ਤਾਂ ਲੋਡ ਤਿਆਰ ਆ। ਸੋ ਜੇਕਰ ਉਹਨੂੰ ਲੱਗਦਾ ਕਿ ਮੈਨੂੰ 10 ਮਹੀਨੇ ਹਜੇ ਉਹਨੂੰ ਤਿਆਰ ਕਰਨ ਤੇ ਲੱਗਣਗੇ, ਸੋ ਇਸ ਕਰਕੇ ਉਹ ਹੈਸੀਟੇਟ ਕਰਦੇ ਆ ਜੀ ਉਹਨਾਂ ਨੂੰ ਲਿਆਉਣ ਲਈ। ਉਹ ਉਸ ਡਰਾਈਵਰ ਨੂੰ ਲਿਆਉਣਾ ਜਲਦੀ ਚੰਗਾ ਸਮਝਦੇ ਆ ਜਿਹੜਾ ਆ ਕੇ 1 ਮਹੀਨੇ ਦੇ ਵਿੱਚ ਜਾਂ 1.5 ਮਹੀਨੇ 'ਚ ਉਹ ਸਟੀਅਰਿੰਗ ਫੜਨ ਦੇ ਯੋਗ ਹੋ ਜਾਂਦਾ ਜੀ। ਅੱਛਾ, ਹੁਣ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਸਮਾਂ ਕੋਵਿਡ ਦਾ ਵੀ ਚੱਲ ਰਿਹਾ ਹੈ, ਡਰਾਈਵਰਾਂ ਦੀ ਵੀ ਜ਼ਰੂਰਤ ਹੈ, ਫਾਰਮ ਵਰਕਰਾਂ ਦੀ ਵੀ ਜ਼ਰੂਰਤ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇਸ ਤਰ੍ਹਾਂ ਤੁਸੀਂ ਪੋਲਟਰੀ 'ਚ ਵੀ ਦੱਸ ਰਹੇ ਸੀ, ਮੀਟ ਕਟਰ ਦੇ ਵਿੱਚ ਵੀ ਦੱਸ ਰਹੇ ਸੀ ਕਿ ਇਹ ਉਹ ਕੁਝ ਇੰਡਸਟਰੀਜ਼ ਨੇ ਜਿੱਥੇ ਇਸ ਵਕਤ ਵਰਕਰ ਵੱਡੀ ਗਿਣਤੀ ਵਿੱਚ ਚਾਹੀਦੇ ਨੇ। ਇਹਨਾਂ ਦਾ ਵੀ ਕੋਟਾ ਹੁੰਦਾ ਜੀ ਕੋਈ? ਦੇਖੋ, ਵਰਕਰਸ ਦੇ ਲਈ ਕੋਈ ਕੋਟਾ ਨਹੀਂ ਹੈਗਾ ਜੀ। ਅੱਛਾ, ਜਦੋਂ ਤੁਸੀਂ ਫੋਰਨ ਵਰਕਰਸ ਬਾਹਰੋਂ ਬੁਲਾਉਣੇ ਆ ਜੀ, ਤਾਂ ਉਹਦੇ ਵਿੱਚ ਕੋਈ ਕੋਟਾ ਨਹੀਂ ਹੈਗਾ। ਜਦੋਂ ਆਪਾਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੀ ਗੱਲ ਕਰਦੇ ਆ ਜੀ, ਉਹਦੇ ਵਿੱਚ ਕੋਟਾ ਹੁੰਦਾ ਜੀ। ਉਹਦੇ 'ਚ 1 ਸਾਲ ਦੇ ਵਿੱਚ 700 ਐਪਲੀਕੇਸ਼ਨਾਂ ਜਿਹੜੀਆਂ ਫਾਰਮ ਵਰਕਰ ਦੀਆਂ ਲਈਆਂ ਜਾਂਦੀਆਂ ਜੀ। ਸੋ ਅਲੱਗ-ਅਲੱਗ ਕੋਟਾ ਰੱਖਿਆ ਗਿਆ ਜੀ। ਮੀਟ ਕਟਰ ਦਾ ਜਿਹੜਾ ਜਿਵੇਂ ਹੈਗਾ ਜੀ, ਮੀਟ ਦੇ ਵਿੱਚ ਮੀਟ ਕਟਰ 1400 ਜਿਹੜੇ ਹੈਗੇ ਆ ਵਰਕਰਸ, ਉਹ ਹਰ ਸਾਲ ਪੱਕੇ ਕੀਤੇ ਜਾਂਦੇ ਆ। ਸੋ ਨੈਨੀ ਦੇ ਵਿੱਚ ਜਿਹੜਾ ਹੈਗਾ ਜੀ, ਉਹ ਆਲਮੋਸਟ 5500 ਜਾਂ ਨੈਨੀਜ਼ ਤੇ ਹੋਮ ਸਪੋਰਟ ਵਰਕਰ ਜਿਹੜੇ ਹੈਗੇ ਬਾਹਰੋਂ ਪੱਕੇ ਕੀਤੇ ਜਾਂਦੇ ਆ। ਸੋ ਜਦੋਂ ਫੋਰਨ ਵਰਕਰ ਬਾਹਰੋਂ ਬੁਲਾਉਣ ਦੀ ਗੱਲ ਕਰਦੇ ਆ, ਉਦੋਂ ਕੋਈ ਕੋਟਾ ਨਹੀਂ ਹੁੰਦਾ ਜੀ। ਉਦੋਂ ਤੁਸੀਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿੰਨੇ ਮਰਜ਼ੀ ਜਿਹੜੇ ਵਰਕਰਸ ਹੈਗੇ ਆ ਉਹ ਮੰਗਾ ਸਕਦੇ ਆ ਜੀ। ਅੱਛਾ, ਹੁਣ ਆਪਾਂ ਜਦੋਂ ਥੋੜਾ ਜਿਹਾ, ਹੁਣ ਕਿਉਂਕਿ ਮੈਂ ਵੇਖ ਰਿਹਾ ਕਿ 2-4 ਮਿੰਟ ਆਪਣੇ ਕੋਲ ਟਾਈਮ ਫਰੇਮ ਰਹਿੰਦਾ, ਹਾਂਜੀ, ਹੁਣ ਮੈਨੂੰ ਇਹ ਦੱਸਿਓ ਕਿ ਜਿਹੜੇ ਬੰਦੇ ਅੱਜ ਤੱਕ ਤੁਹਾਨੂੰ ਸਭ ਤੋਂ ਵੱਧ ਫੋਨ ਕਾਲ ਕਰਦੇ ਆ, ਕੁਐਸਚਨ ਕਰਦੇ ਆ, ਸਾਰਿਆਂ ਦਾ ਜਨਰਲ ਕੁਐਸਚਨ ਕੀ ਹੁੰਦਾ ਹੈ? ਤੇ ਜੇਕਰ ਆਪਾਂ ਆਮ ਦੇਖੀਏ, ਕਿਉਂਕਿ ਹਰ ਇੱਕ ਬੰਦੇ ਦਾ ਆਪੋ ਆਪਣੇ ਬੇਸਿਕਲ ਤਰੀਕਾ ਹੈ, ਪਰ ਕਈ ਜਨਰਲ ਹੁੰਦਾ ਕਿ ਉਹਦੀ ਪੁੱਛ ਪੜਤਾਲ ਜ਼ਿਆਦਾ ਹੁੰਦੀ, ਉਹ ਕੀ ਹੈ ਜੀ? ਜਦੋਂ ਮੈਂ ਵਰਕ ਪਰਮਿਟ ਦੀ ਗੱਲ ਕਰਦਾ ਜੀ, ਤਾਂ ਮੈਨੂੰ ਸਭ ਤੋਂ ਜ਼ਿਆਦਾ ਜਿਹੜੀਆਂ ਕਾਲਸ ਜਾਂ ਜਿਹੜੇ ਕੁਐਸਚਨਸ ਹੈਗੇ ਆ ਜੀ, ਉਹ ਆਉਂਦੇ ਆ ਟਰੱਕ ਡਰਾਈਵਰ ਤੇ ਫਾਰਮ ਵਰਕਰ ਜੀ ਵੱਲੋਂ। ਅੱਛਾ ਜੀ, ਟਰੱਕ ਡਰਾਈਵਰਸ ਦੀ ਮੇਨਲੀ ਇਹੀ ਹੁੰਦਾ ਜੀ ਕਿ ਮੈਲਸ ਜਿਹੜਾ ਹੈਗਾ ਉਹਦੀ ਕਿੰਨੀ ਰਿਕੁਆਇਰਮੈਂਟ ਹੈ। ਮੈਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨਾਲ ਪਿਛਲੇ ਸਮੇਂ ਦੌਰਾਨ ਕੰਮ ਕੀਤਾ ਜੀ, ਤੇ ਅਸੀਂ ਦੁਬਈ ਹਾਇਰ ਵੀ ਕਰਨ ਜਾਂਦੇ ਰਹੇ ਹਾਂ ਜੀ, ਕਿਉਂਕਿ ਕੰਪਨੀਜ਼ ਨੂੰ ਟਰੱਕ ਡਰਾਈਵਰ ਦੀ ਲੋੜ ਸੀ।
ਸਭ ਤੋਂ ਵੱਡੀ ਦਿੱਕਤ ਜਿਹੜੀ ਦੁਬਈ ਦੇ ਵਿੱਚ ਆ ਰਹੀ ਹੈ ਜਾਂ UAE ਦੇ ਵਿੱਚ ਆਉਂਦੀ ਹੈ, ਦੋਹਾ ਕਤਰ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਕੰਮ ਕਰਦੇ ਆ, ਉਹਨਾਂ ਦੀ ਇੰਗਲਿਸ਼ ਦਾ ਬਹੁਤ ਵੱਡਾ ਜਿਹੜਾ ਹੈਗਾ ਜੀ ਉਹ ਡਰਾਬੈਕ ਹੈਗਾ, ਉਹ ਆਇਲਸ ਨਹੀਂ ਜਿਹੜਾ ਕੀਤਾ ਹੁੰਦਾ ਜੀ ਉਹਨਾਂ ਦਾ ਇਹ ਵੀ ਰੀਜ਼ਨ ਹੋ ਸਕਦਾ ਕਿ ਉਹ ਬਿਜ਼ੀ ਬਹੁਤ ਆ ਜੀ ਲਾਈਫ ਉੱਥੇ ਵੀ, ਤੇ ਉਹ ਕੰਮ 'ਚੋਂ ਸਮਾਂ ਕੱਢਣਾ ਬੜਾ ਔਖਾ ਹੋ ਜਾਂਦਾ ਹੈ। ਮੈਂ ਤੁਹਾਡੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਮਰਜ਼ੀ ਜੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਆਇਲਸ ਪਾਸ ਕਰਕੇ ਰੱਖੋ ਜੀ। ਮੈਨੂੰ ਕੁਐਸਚਨ ਵੀ ਇਹੀ ਪੁੱਛਿਆ ਜਾਂਦਾ ਕਿ ਆਇਲਸ ਦੇ ਕਿੰਨੇ ਨੰਬਰ ਚਾਹੀਦੇ ਆ। 5 ਬੈਂਡ ਆ ਜਿਹੜੇ ਜੀ ਉਹ ਜ਼ਰੂਰ ਚਾਹੀਦੇ ਆ ਜਾਂ ਓਵਰਆਲ ਚਾਹੀਦੇ? ਲਿਸਨਿੰਗ ਤੇ ਸਪੀਕਿੰਗ 'ਚੋਂ 5 ਜ਼ਰੂਰ ਚਾਹੀਦੇ ਆ ਜੀ। ਅੱਛਾ ਜੀ। ਜੇਕਰ ਰੀਡਿੰਗ ਤੇ ਰਾਈਟਿੰਗ 'ਚੋਂ ਤੁਹਾਡੇ 4.5 ਰਹਿ ਜਾਣਗੇ ਤਾਂ ਉਹ ਸਰ ਜੂਗਾ ਜੀ। ਪਰ ਲਿਸਨਿੰਗ ਤੇ ਸਪੀਕਿੰਗ, ਕਿਉਂਕਿ ਜਦੋਂ ਤੁਸੀਂ ਲੋਡ ਡ੍ਰੌਪ ਕਰਨਾ ਜੀ, ਹਾਂਜੀ ਡ੍ਰੌਪ ਕਰਨਾ ਕਿਤੋਂ ਪਿਕ ਕਰਨਾ ਤਾਂ ਤੁਸੀਂ ਬੋਲ ਕੇ ਦੱਸਣਾ ਜੀ, ਤੇ ਤੁਸੀਂ ਸੁਣਨਾ ਹੈਗਾ ਕਿ ਲੋਡ ਡ੍ਰੌਪ ਕਿੱਥੇ ਕਰਨਾ ਜੀ ਜਾਂ ਕੀ ਤੁਸੀਂ ਲੋਡ ਕਰ ਰਹੇ ਹੋ। ਸੋ ਇਹ ਜਿਹੜੀ ਜ਼ਰੂਰੀ ਜਿਹੜਾ ਹੈਗਾ ਜੀ ਲਿਸਨਿੰਗ ਤੇ ਸਪੀਕਿੰਗ ਆ, ਇਹ 'ਚੋਂ 5 ਤੋਂ ਘੱਟ ਜਿਹੜੇ ਬੈਂਡ ਨਹੀਂ ਹੋਣੇ ਚਾਹੀਦੇ। ਬਾਕੀ ਜੋ 4.5 ਆ ਸਰ ਜੂਗਾ, ਪਰ ਜਿੰਨੇ ਜ਼ਿਆਦਾ ਬੈਂਡ ਹੋਣਗੇ ਜੀ ਉਹ ਤੁਹਾਡੀ ਫਾਈਲ ਨੂੰ ਵੇਟੇਜ ਮਿਲ ਜਾਂਦੀ ਹੈ ਜੀ। ਤੇ ਦੂਸਰਾ ਜਿਹੜਾ ਮੈਨੂੰ ਕੁਐਸਚਨ ਆ ਜੀ ਉਹ ਫਾਰਮ ਵਰਕਰਸ ਵੱਲੋਂ ਆਉਂਦਾ ਹੈਗਾ ਜੀ ਕਿ ਕੀ ਮੈਂ ਇੱਥੇ ਆ ਕੇ PR ਹੋ ਸਕਦਾ ਜੀ, ਜਾਂ ਕੀ ਮੈਨੂੰ ਆਇਲਸ ਦੀ ਲੋੜ ਹੈਗੀ ਆ, ਜਾਂ ਇਹ ਲਈ ਐਕਸਪੀਰੀਅੰਸ ਕਿੰਨਾ ਚਾਹੀਦਾ। ਮੈਂ ਫੇਰ ਇੱਥੇ ਦੱਸ ਦੇਣਾ ਚਾਹਣਾ ਕਿ ਤੁਹਾਡੇ ਕੋਲੇ ਘੱਟੋ ਘੱਟ 12ਵੀਂ 10ਵੀਂ ਕੀਤੀ ਹੋਵੇ ਜੀ ਆਪਣੇ ਫਾਰਮ ਵਰਕਰ ਦੇ ਲਈ। 12ਵੀਂ ਜਿਹੜੀ ਹੈਗੀ ਉਹ ਟਰੱਕ ਡਰਾਈਵਰ ਲਈ ਜ਼ਰੂਰੀ ਆ। ਜਿਹੜਾ ਟਰੱਕ ਡਰਾਈਵਰ ਹੈਗਾ ਜੀ ਉਹ ਲਈ 5 ਬੈਂਡ ਜ਼ਰੂਰੀ ਹੈ ਜਿਵੇਂ ਪਹਿਲਾਂ ਦੱਸਿਆ। ਫਾਰਮ ਵਰਕਰ ਲਈ ਆਇਲਸ ਦੀ ਲੋੜ ਨਹੀਂ ਹੈਗੀ ਜੀ। ਫਾਰਮ ਵਰਕਰ ਬਿਨਾਂ ਆਇਲਸ ਤੋਂ ਆ ਕੇ ਐਜ਼ ਏ ਇੱਥੇ ਵਰਕਰ ਕੰਮ ਕਰ ਸਕਦਾ ਜੀ। ਸੋ ਸਿੱਧੂ ਸਾਹਿਬ, ਤੁਸੀਂ ਕੀਮਤੀ ਤੇ ਪੁਖਤਾ ਜਾਣਕਾਰੀ ਦਿੱਤੀ ਹੈ। ਜਾਣ ਤੋਂ ਪਹਿਲਾਂ ਦਰਸ਼ਕ ਕਿੱਥੇ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ, ਉਹ ਜਾਣਕਾਰੀ ਜ਼ਰੂਰ ਦਿਓ। ਹਾਂਜੀ, ਸਾਡਾ ਜੀ ਇੱਥੇ ਸਰੀ ਦੇ ਵਿੱਚ ਆਫਿਸ ਹੈਗਾ ਜੀ। ਸਰੀ ਤੋਂ ਬਿਨਾਂ ਸਾਡਾ ਕਿਤੇ ਆਫਿਸ ਨਹੀਂ ਹੈਗਾ। ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ, ਚਾਹੇ ਉਹ ਟਰੱਕ ਡਰਾਈਵਰ ਦੇ ਵਰਕ ਪਰਮਿਟ ਸੰਬੰਧੀ ਹੈ, ਚਾਹੇ ਉਹ ਫਾਰਮ ਵਰਕਰ ਦੇ ਵਰਕ ਪਰਮਿਟ ਸੰਬੰਧੀ ਹੈਗੀ ਹੈ, ਤਾਂ ਤੁਸੀਂ ਸਾਡੇ ਕੰਟੈਕਟਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ। ਤੁਸੀਂ ਮੇਰੇ WhatsApp ਨੰਬਰ 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ 7782463637, ਜਾਂ ਦੂਸਰਾ WhatsApp ਦਾ ਨੰਬਰ ਹੈਗਾ 6045126708। ਤੁਸੀਂ ਸਾਡੇ ਵੈਬਸਾਈਟ ਦੇ ਉੱਪਰ ਜਾ ਕੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ, visalink.ca। ਸਤਿ ਸ਼੍ਰੀ ਅਕਾਲ ਜੀ। ਸੋ ਸਿੱਧੂ ਸਾਹਿਬ, ਤੁਹਾਡਾ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ, ਜਿਨ੍ਹਾਂ ਨੇ ਅੱਜ ਫਾਰਮ ਵਰਕਰ ਕਿਵੇਂ ਆ ਸਕਦੇ ਨੇ, ਕੌਣ ਉਸ ਕੈਟਾਗਰੀ ਅਧੀਨ ਆ ਸਕਦਾ ਹੈ, ਤੇ ਜੇਕਰ ਤੁਹਾਡੇ ਕੋਲੇ ਕਲਾਸ 1 ਡਰਾਈਵਿੰਗ ਲਾਇਸੈਂਸ ਭਾਵ ਟਰੱਕ ਚਲਾਉਣ ਦਾ ਡਰਾਈਵਿੰਗ ਲਾਇਸੈਂਸ ਹੈ ਤੇ ਨਾਲ ਤਜਰਬਾ ਵੀ ਹੈ, ਫਿਰ ਸੋਨੇ ਤੇ ਸੁਹਾਗਾ। ਤੇ ਜੇਕਰ 5 ਬੈਂਡ ਤੁਸੀਂ ਇੰਗਲਿਸ਼ ਵਿੱਚ ਲੈ ਸਕਦੇ ਹੋ, ਫਿਰ ਤੁਹਾਡਾ ਹੋਰ ਵੀ ਚੰਗਾ ਚਾਂਸਸ ਨੇ ਕੈਨੇਡਾ ਟਰੱਕ ਡਰਾਈਵਰ ਦੇ ਤੌਰ ਤੇ ਆਉਣ ਦੇ ਵਾਸਤੇ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਪੇਸ਼ਕਸ਼, ਇਹ ਜਾਣਕਾਰੀ ਪੁਖਤਾ ਲੱਗੀ ਹੋਏਗੀ। ਤੁਹਾਡਾ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਸਵਾਲ ਹੋਇਆ, ਕਮੈਂਟ ਬਾਕਸ ਵਿੱਚ ਜ਼ਰੂਰ ਕਰਿਓ। ਆਉਣ ਵਾਲੇ ਪ੍ਰੋਗਰਾਮਾਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਲੈ ਕੇ ਤੁਹਾਨੂੰ ਦਿੱਤੇ ਜਾ ਸਕਣ। ਸੋ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ TV।